सत श्री अकाल जी सारिਆਂ ਨੂੰ मैं राधिका शर्मा चैनल लोक मसले देख रही सारी दर्शकों का करते हैं निੱਘਾ स्वागत। नवा सीएम बनया जी मोरिंडा शहर ਦੇ ਵਿੱਚੋਂ। सो 19 ਤਰੀਕ ਨੂੰ ਉਹ सीएम ਦੇ अपने रैंक ਤੇ बैठे सी। सो जिवें ही बैठे उस तो बाद ज़्यादा ही चर्चा का विषय बन चुके हैं। सो इत्थे कुछ स्टूडेंट्स है, कुछ पंजाब पुलिस के वर्करस ने जिन्होंने हाल तक पक्का नहीं किया गया। पहले पटियाला बैठे हुए सी। सो उनके नाल गलबात करते हैं। सीएम के शहर में आके उन्होंने धरना लगाया हुआ है तो तुसीं आ भी देख सकते हो मंजर, वो टैंकी के उत्ते भी चढ़े हुए हैं। उन्होंने कहना कि साडियां मंगां पूरियां करो तो अज इंडिया बंद का सद्दा भी दिता गया है, चक्का जाम है। सो आओ इन्होंने गलबात करते हैं। सत श्री अकाल जी। सत श्री अकाल। पंजाब पुलिस के वर्कर हो? हाँ जी। ओके, की मंगां है तुहाडियां? साडी मंग ये है जी, ਜਿਹੜੀ 2016 ਵਿੱਚ ਕਾਂਸਟੇਬਲ ਦੀ ਭਰਤੀ ਹੋਈ ਸੀਗੀ, ਉਹਦੇ ਵਿੱਚ ਜਿਹੜਾ ਵੀ ਇਹਨਾਂ ਦਾ ਪ੍ਰੋਸੈਸ ਸੀ ਭਰਤੀ ਦਾ ਉਹ ਅਸੀਂ ਸਾਰਾ ਕਲੀਅਰ ਕੀਤਾਗਾ, ਪਰ ਸਾਡੀ ਜੁਆਇਨਿੰਗ ਨਹੀਂ ਦਿੱਤੀ ਗਈ। ਸਾਡਾ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ, ਮੈਡੀਕਲ ਜੋ ਵੀ ਪ੍ਰੋਸੈਸ ਸੀਗਾ ਸਾਰਾ ਕਲੀਅਰ ਕੀਤਾ, ਪਰ ਉਸ ਤੋਂ ਬਾਅਦ ਸਾਨੂੰ ਜੁਆਇਨਿੰਗ ਵਾਸਤੇ ਕੁਝ ਕੈਂਡੀਡੇਟ ਨੂੰ ਬੁਲਾਇਆ ਵੀ ਗਿਆ ਸੀ। ਮੈਂ ਖੁਦ ਵੀ ਡਿਊਟੀ ਕੀਤੀ ਹੋਈ ਹੈ, ਪਰ ਹੁਣ ਸਾਡਾ ਜਿਹੜਾ ਮੇਨ ਮੁੱਦਾ ਵੀ ਜਿਹੜੀ ਸਾਡੀ ਵੈਰੀਫਿਕੇਸ਼ਨ ਹੋਈ ਹੈ 2017 ਵਿੱਚ ਔਰ 2016 ਦੀ ਜਿਹੜੀ ਵੇਟਿੰਗ ਲਿਸਟ ਉਹ ਕਲੀਅਰ ਕਰਨੀ ਚਾਹੀਦੀ ਹੈ ਇਹਨਾਂ ਨੂੰ। ਤੇ ਹੁਣ ਨਵੀਂ ਵੀ ਭਰਤੀ ਕੱਢ ਰਹੇ, ਜੇ ਪਹਿਲੋਂ ਵਾਲੀ ਕਲੀਅਰ ਨਹੀਂ ਕੀਤੀ ਫਿਰ ਅੱਗੇ ਭਰਤੀ ਕੱਢਣ ਦਾ ਨਹੀਂ ਕੋਈ ਬਣਦਾਗਾ। ਹੁਣ ਲੱਖਾਂ ਸਟੂਡੈਂਟਸ ਨੇ ਭਰਤੀ ਦਿੱਤੀ ਹੈ, मतलब ਇੰਨੇ ਪੇਪਰ ਦਿੱਤੇ ਨੇ, ਕੱਲ ਵੀ ਪਰਸੋਂ ਵੀ, मतलब ਇੰਨਾ ਜ਼ਿਆਦਾ ਕਰਾਊਡ ਸੀ ਬੱਸ ਸਟੈਂਡ ਸੇ, ਕਿਤੇ ਵੀ ਚਲੇ ਜਾਓ। ਸੋ ਤੁਹਾਨੂੰ ਕੀ ਲੱਗਦਾ ਹੈ ਇਹਦਾ ਕੀ ਕਾਰਨ ਹੋ ਸਕਦਾ? ਪਹਿਲਾਂ ਵਾਲਿਆਂ ਨੇ ਤਾਂ ਨੌਕਰੀਆਂ ਦਿੱਤੀਆਂ ਨਹੀਂ, मतलब ਬਾਰ-ਬਾਰ ਭਰਤੀਆਂ ਕੱਢ ਕੇ ਕੀ ਇਹ ਪੈਸਾ ਇਕੱਠਾ ਕਰਨ ਦੇ ਚੱਲੇ ਆ ਸਰਕਾਰ ਦੇ? ਦੇਖੋ ਇਹ ਗੱਲ ਸਾਰਿਆਂ ਦੇ ਮੂੰਹ ਤੇ ਹੈਗੀ ਆ ਵੀ ਇਹ ਪੈਸਾ ਹੀ ਸਰਕਾਰਾਂ ਇਕੱਠੀਆਂ ਕਰਦੀਆਂ। ਹੁਣ ਇਹਦੇ ਵਿੱਚ ਜਿਹੜੇ ਪਟਵਾਰੀ ਦੇ ਕਈ ਹੋਰ ਪੇਪਰ ਵੀ ਹੋਏ ਸੀ ਉਹ ਕੈਂਸਲ ਵੀ ਹੋ ਰਿਹਾ, ਕਈ ਉਹਦੇ ਵਿੱਚ ਮਿਸਟੇਕਸ ਹੋਈਆਂ, ਉਹਦੇ ਕਰਕੇ ਉਹ ਫਿਰ ਤੋਂ 500 ਰੁਪਇਆ ਮੰਗ ਰਹੇ। ਤਾਂ ਇਹ ਪੈਸਾ ਇਕੱਠਾ ਕਰਨ ਦਾ ਹੀ ਜਿਹੜਾ ਮੇਨ ਮਕਸਦ ਲੱਗ ਰਿਹਾ, ਪਰ ਇਹ ਜੇ ਪਹਿਲੋਂ ਵਾਲੀਆਂ ਭਰਤੀਆਂ ਨਹੀਂ ਕਲੀਅਰ ਹੋਈਆਂ ਤਾਂ ਹੁਣ ਅੱਗੇ ਦੀ ਵੀ ਮੈਂ ਨਹੀਂ ਮੰਨਦਾ ਵੀ ਭਰਤੀ ਕਲੀਅਰ ਹੋਊਗੀ। ਤੁਸੀਂ ਡਿਊਟੀ ਜੁਆਇਨ ਕੀਤੀ ਸੀ ਉਸ ਵੇਲੇ, ਤੁਹਾਨੂੰ मतलब ਸੈਲਰੀ ਵਗੈਰਾ ਆਈ ਸੀ? ਨਹੀਂ ਜੀ, ਸਾਡੇ ਨਾਲ ਕੈਂਡੀਡੇਟ ਇਦਾਂ ਦੇ ਹੈਗੇ ਆ ਜਿਨ੍ਹਾਂ ਨੇ ਸਾਲ ਡਿਊਟੀ ਕੀਤੀ ਹੈ ਫੇਰ ਕੱਢਤਾ, ਪਰ ਮੇਰੀ ਜੁਆਇਨਿੰਗ ਵਾਸਤੇ ਬੁਲਾਇਆ ਗਿਆ ਸੀ ਪਰ ਜੁਆਇਨਿੰਗ ਦਿੱਤੀ ਨਹੀਂ ਗਈ ਮੈਨੂੰ। ਮੈਂ ਹਫਤਾ ਉੱਥੇ ਰਿਹਾ ਪਰ ਮੇਰੀ ਜੁਆਇਨਿੰਗ ਦਿੱਤੀ ਨਹੀਂ। ਰੀਜ਼ਨ ਦੱਸਿਆ ਉਹਨਾਂ ਨੇ? ਕੋਈ ਰੀਜ਼ਨ ਨਹੀਂ ਦੱਸਿਆ ਜੀ। ਹਾਂਜੀ। ਫਿਰ ਤੁਸੀਂ ਦੁਬਾਰਾ ਨਹੀਂ ਭਰਤੀ ਭਰੀ? ਓਵਰਏਜ ਹੋ ਚੁੱਕੇ ਆ ਜੀ ਅਸੀਂ ਸਾਰੇ ਕੈਂਡੀਡੇਟ ਵਿੱਚੋਂ 2-4 ਹੈਗੇ ਆ ਜਿਨ੍ਹਾਂ ਨੇ ਦੁਬਾਰੇ ਅਪਲਾਈ ਕੀਤਾ, ਪਰ ਤਕਰੀਬਨ ਅਸੀਂ ਸਾਰੇ ਓਵਰਏਜ ਹੋ ਚੁੱਕੇ ਆ ਜੀ। ਕਦੋਂ ਤੋਂ ਧਰਨਾ ਦੇ ਰਹੇ ਹੋ ਤੁਸੀਂ? ਸਾਨੂੰ 45 ਦਿਨ ਹੋ ਗਏ ਵੈਸੇ ਕੰਪਲੀਟ। ਪਹਿਲੋਂ ਅਸੀਂ ਪਟਿਆਲੇ ਸੀਗੇ, ਉਸ ਤੋਂ ਬਾਅਦ ਚਮਕੌਰ ਸਾਹਿਬ, ਤੇ ਹੁਣ ਸਾਡੀ ਇਹੀ ਆਸ ਹੈ ਜਿਹੜੇ ਨਵੇਂ ਸੀਐਮ ਸਾਹਿਬ ਬਣੇ ਆ ਵੀ ਜੇ ਉਹਨਾਂ ਤੋਂ मतलब ਉਹ ਸਾਨੂੰ ਚੰਗੇ ਇਨਸਾਨ ਲੱਗਦੇ ਵੀ ਜਿੱਦਾਂ ਕਹਿ ਵੀ ਰਿਹਾ। ਅਸੀਂ ਉਹਨਾਂ ਨੂੰ ਪਰਸਨਲੀ ਤਾਂ ਮਿਲੇ ਨਹੀਂ ਪਰ ਉਹ ਕਹਿ ਰਹੇ ਆ, ਤਾਂ ਸਾਨੂੰ ਉਹਨਾਂ 'ਤੇ ਇਹ ਆਸ ਹੈਗੀ ਵੀ ਅਸੀਂ ਆਪਣਾ ਮੰਗ ਪੱਤਰ ਉਹਨਾਂ ਨੂੰ ਦੇਣਾ ਚਾਹੁੰਦੇ ਆ। ਸਾਡੀ ਇੱਕ ਵਾਰੀ ਉਹਨਾਂ ਨਾਲ ਮੀਟਿੰਗ ਕਰਵਾਈ ਜਾਵੇ ਜੀ। 2016 ਤੋਂ मतलब ਤੁਹਾਡੀ ਜੁਆਇਨਿੰਗ ਹੋਈ ਸੀ ਹੈ ਨਾ, ਉਸ ਤੋਂ ਹੁਣ ਤਾਂ 19-20 ਚੱਲ ਰਿਹਾ, ਹੁਣ ਤਾਂ 20 ਚੱਲ ਰਿਹਾ ਹੈ ਨਾ, ਫਿਰ ਇੰਨੇ ਸਾਲ ਤੁਸੀਂ ਪਹਿਲਾਂ ਕਿਉਂ ਨਹੀਂ ਧਰਨੇ ਦਿੱਤੇ? ਪਹਿਲੋਂ ਧਰਨਾ ਸਾਨੂੰ ਅਸੀਂ ਮਿਲਦੇ ਰਹੇ ਹਾਂ ਡੀਜੀਪੀ ਸਾਹਿਬ, ਸਾਡੇ ਕੇਸ ਲੱਗੇ ਹੋਏ ਸੀ ਬਕਾਇਦਾ। ਸਾਨੂੰ 5 ਸਾਲ ਹੋ ਗਏ ਜੀ ਕੇਸ ਲੜੀ ਜਾਂਦੇ ਆ, ਕੇਸ ਵੀ ਜਿੱਤ ਚੁੱਕੇ ਆ, ਅਜੇ ਕੁਛ ਕੇਸ ਸਾਡੇ ਚੱਲ ਰਹੇ ਆ, ਬਾਕੀ ਡਿਸਮਿਸ ਹੋ ਚੁੱਕੇ ਆ। ਅਸੀਂ ਡੀਜੀਪੀ ਦਫ਼ਤਰ ਬਹੁਤ ਵਾਰੀ ਅਸੀਂ 2016 ਤੋਂ ਡੀਜੀ ਦਫ਼ਤਰ ਜਾ ਰਹੇ ਹਾਂ, ਉੱਥੇ ਮੀਟਿੰਗਾਂ ਹੋ ਰਹੀਆਂ, ਉਦੋਂ ਤੋਂ ਹੀ ਕਹਿ ਰਹੇ ਆ ਤੁਹਾਡਾ ਹੱਲ ਹੋ ਜਾਊਗਾ। ਅਸੀਂ ਫਾਈਨਲ ਅਜੇ ਤੱਕ ਲਿਸਟ ਨਹੀਂ ਬਣਾਈ, ਤੱਕ ਫਾਈਨਲ ਲਿਸਟ ਸਾਡੀ ਅਜੇ ਤੱਕ ਬਣੀ ਵੀ ਨਹੀਂ ਗੀ। ਅਜੇ ਤੱਕ ਫਾਈਨਲ ਇਹਨਾਂ ਨੇ ਡਾਟਾ ਦਿੱਤਾ ਹੀ ਨਹੀਂ ਸਾਨੂੰ ਅਜੇ ਤੱਕ। ਇਹੀ ਕਹਿ ਰਹੇ ਤੁਹਾਡੀ ਜਦੋਂ ਫਾਈਨਲ ਲਿਸਟ ਬਣੂਗੀ ਉਦੋਂ ਤੁਹਾਨੂੰ ਰੱਖ ਲਿਆ ਦਿੱਤਾ ਜਾਊਗਾ। ਉਦੋਂ ਬਾਅਦ ਸਰਕਾਰ ਚੇਂਜ ਹੋ ਗਈ, ਬਸ ਉਦੋਂ ਬਾਅਦ ਸਾਨੂੰ ਇਹੀ ਲਾਰਾ ਲਾਈ ਜਾਂਦੇ ਆ ਵੀ ਤੁਹਾਨੂੰ ਅੱਜ ਰੱਖਦੇ ਆ, ਅੱਜ ਤੁਹਾਨੂੰ ਜੁਆਇਨਿੰਗ ਲੈਟਰ ਮਿਲਦਾ, ਅੱਜ ਮਿਲਦਾ। ਸਾਨੂੰ ਕੋਈ ਹੱਲ ਨਹੀਂ ਹੋਇਆ। 5 ਸਾਲ ਹੋ ਗਏ ਸਾਨੂੰ ਕੋਰਟ ਦੇ ਧੱਕੇ ਖਾਂਦੇ, ਤਾਂ 2 ਮਹੀਨੇ ਹੋ ਗਏ ਅਸੀਂ ਧਰਨਿਆਂ 'ਤੇ ਬੈਠੇ ਆ। ਕਈ ਮੁੰਡੇ ਇੱਦਾਂ 2-2 ਮਹੀਨੇ ਹੋ ਗਏ ਘਰੇ ਜਾ ਕੇ ਪਰਤੇ ਹੀ ਨਹੀਂ, ਇੱਥੇ ਹੀ ਫਿਰਦੇ ਅਜੇ ਤੱਕ ਹੀ ਇੱਥੇ ਹੀ ਫਿਰਦੇ। ਪਟਿਆਲੇ ਤੋਂ ਸਿੱਧਾ ਚਮਕੌਰ ਸਾਹਿਬ ਆ ਗਏ, ਹੁਣ ਚਮਕੌਰ ਸਾਹਿਬ ਉਹ ਇੱਥੇ ਆ ਗਏ ਜੀ। ਕਿੰਨੀ ਗਿਣਤੀ ਵਿੱਚ ਨੇ ਤੁਸੀਂ ਨੌਜਵਾਨ ਜਿਹੜੇ ਧਰਨੇ 'ਤੇ ਬੈਠੇ? ਅਸੀਂ ਕਰੀਬ 700-600 ਦੇ ਕਰੀਬ ਮੁੰਡੇ ਕੁੜੀਆਂ ਸਮੇਤ ਹੈਗੇ ਆ ਜੀ। ਓਕੇ, ਸੋ ਕੀ ਕਾਰਨ ਲੱਗਦਾ ਹੈ ਪਹਿਲਾਂ ਵਾਲਿਆਂ ਨੂੰ ਫਾਈਨਲ ਲਿਸਟ ਨਹੀਂ ਕੀਤਾ ਤੇ ਹੁਣ ਨਵੀਆਂ ਭਰਤੀਆਂ ਚੱਲ ਰਹੀਆਂ ਨੇ ਤੇ ਲੱਖਾਂ ਬੱਚੇ ਭਰਤੀਆਂ ਭਰ ਰਹੇ ਨੇ? ਕੀ ਲੱਗਦਾ ਉਹ ਤਾਂ ਇੰਨੀ ਆਸ ਨਾਲ ਭਰ ਰਹੇ ਨੇ ਕਿ ਉਹਨਾਂ ਨੇ ਹੁਣ ਪੰਜਾਬ ਪੁਲਿਸ 'ਚ ਭਰਤੀ ਹੋ ਜਾਣਾ, ਪਰ ਜੇਕਰ ਤੁਹਾਡਾ ਹਾਲ ਦੇਖਦੇ ਨੇ ਫਿਰ ਉਹ ਵੀ ਨਿਰਾਸ਼ ਹੋ ਜਾਣਗੇ। ਮੈਮ ਸਾਡਾ ਜਿਹੜੀ ਪੁਰਾਣੀ ਭਰਤੀ ਸਾਡਾ ਉਹਦੇ 'ਚ ਹੀ ਸਾਡੀ ਭਰਤੀ ਖਾਲੀ ਪਈ ਆ, 700-800 ਪੋਸਟ ਸਾਡੀ ਉਹਦੇ 'ਚ ਹੀ ਖਾਲੀ ਪਈ ਆ। ਬਕਾਇਦਾ ਸਾਡੇ ਕੋਲ ਸਬੂਤ ਆ, ਐਫੀਡੈਂਟ ਆ, ਸਭ ਕੁਝ ਅਸੀਂ ਮੌਜੂਦਾ ਪ੍ਰੂਫ ਲੈ ਕੇ ਫਿਰਦੇ। ਅਸੀਂ ਆਪਦਾ ਹੱਕ ਮੰਗਦੇ, ਅਸੀਂ ਕੋਈ ਧੱਕੇ ਨਾਲ ਨੌਕਰੀ ਨਹੀਂ ਲੈਣ ਆਏਗੇ ਵੀ ਸਾਡਾ ਹੱਕ ਨਹੀਂ ਬਣਦਾ ਹੈਗਾ। ਮੌਜੂਦਾ ਇੰਨੀ ਵੇਟਿੰਗ ਰੱਖਣ ਦਾ ਮਤਲਬ ਕੀ ਹੁੰਦਾ? ਅਜੇ ਤੱਕ ਪਹਿਲੀ ਭਰਤੀ ਹੋਏਗੀ ਜਿਹਦੇ ਵਿੱਚ 700-800 ਮੁੰਡਾ ਵੇਟਿੰਗ ਲਿਸਟ 'ਚ ਰਿਹਾ, ਨਹੀਂ ਤਾਂ ਇਹੋ ਜਿਹੀ ਕੋਈ ਪੰਜਾਬ ਪੁਲਿਸ ਦੀ ਭਰਤੀ ਨਹੀਂ ਗੀ ਜਿਹਦੇ 100+ ਮੁੰਡਾ ਵੀ ਵੇਟਿੰਗ ਲਿਸਟ 'ਚ ਗਿਆ ਹੋਵੇ। ਨਾਲੇ ਇਹੋ ਜਿਹੀ ਕੋਈ ਭਰਤੀ ਨਹੀਂ ਜਿਹਦੇ 'ਚ ਵੇਟਿੰਗ ਲਿਸਟ ਕਲੀਅਰ ਨਾ ਹੋਈ ਹੋਵੇ। ਇਹ ਵੇਟਿੰਗ ਲਿਸਟ ਹੁੰਦੀਗਾ ਕਿਸ ਲਈ ਆ? ਵੀ ਤੁਸੀਂ ਵੇਟ ਕਰੋ, ਅਸੀਂ ਤੁਹਾਨੂੰ ਜੁਆਇਨ ਕਰਾਵਾਂਗੇ। ਤੋ ਜੇ ਨਵੀਂ ਭਰਤੀ ਅਸੀਂ ਬਾਅਦ 'ਚ ਕਰਾਂਗੇ, ਪਹਿਲਾਂ ਤੁਹਾਨੂੰ ਬਣਦਾ ਹੱਕ ਦੇਵਾਂਗੇ ਕਿਉਂਕਿ ਮੁੰਡੇ ਓਵਰਏਜ ਹੋ ਚੁੱਕੇ ਆ। ਸੋ ਤੁਹਾਡੇ ਨਾਲ ਦੇ ਕਈ ਉੱਥੇ ਟੈਂਕੀ ਤੇ ਚੜੇ ਹੋਏ ਨੇ, ਪਹਿਲਾਂ ਵੀ ਇਹੋ ਜਿਹਾ ਉਹਨਾਂ ਨੇ ਕਦੀ ਕਾਰਨਾਮਾ ਕੀਤਾ, ਮਤਲਬ ਟੈਂਕੀਆਂ ਤੇ ਚੜ੍ਹ ਕੇ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕੀਤੀ ਹੋਵੇ?
ਮੈਡਮ ਸਾਨੂੰ ਪਹਿਲਾਂ ਅਸੀਂ ਪਟਿਆਲੇ ਬੈਠੇ ਸੀਗੇ। ਪਟਿਆਲੇ ਵੀ ਸਾਨੂੰ 15 ਦਿਨ ਦਾ ਟਾਈਮ ਦਿੱਤਾ ਸੀਗਾ ਡੀਜੀਪੀ ਦਫ਼ਤਰ 'ਚੋਂ, ਤੇ 15 ਦਿਨ ਤੋਂ ਬਾਅਦ ਅੱਜ 25 ਦਿਨ ਹੋ ਗਏ ਜੀ, ਸਾਡਾ ਕੋਈ ਸੁਣਵਾਈ ਨਹੀਂ ਹੋਈਗੀ। 15 ਦਿਨ ਤੋਂ ਉੱਤੇ ਟੱਪ ਚੁੱਕੇ ਆ। ਭੁੱਖ ਹੜਤਾਲ ਤੇ ਬੈਠੇ ਰਹੇ ਆ, ਹਸਪੀਟਲਾਂ ਦੇ ਵਿੱਚ ਦਾਖਲ ਹੋ ਕੇ ਵਾਪਸ ਆਏ, ਆਦੀ ਜਾਨ ਤੇ ਖੇਡੇ ਮੁੰਡਿਆਂ ਨੇ 6-6 7-7 ਦਿਨ ਮੁੰਡੇ ਭੁੱਖ ਹੜਤਾਲ ਤੇ ਰਹੇ ਆ। ਪਟਿਆਲੇ ਪਾਸੀ ਰੋਡ ਤੇ ਟੈਂਕੀ ਦੇ ਉੱਤੇ ਧਰਨਾ ਲਾਇਆ ਸੀ, ਉੱਥੇ ਮੁੰਡਿਆਂ ਦੇ ਬੁਰੀ ਹਾਲਤ ਹੋਈ ਆ। ਸਭ ਵੀਡੀਓ ਸਭ ਕੁਝ ਪਹੁੰਚ ਚੁੱਕਿਆ ਹੈ, ਡੀਜੀਪੀ ਦਫ਼ਤਰ ਹੀ ਪਹੁੰਚਿਆ ਵੀ ਇੰਨੇ ਮੁੰਡਿਆਂ ਦੇ ਬੁਰੇ ਹਾਲ ਹੋਏ ਰਹੇ ਆ। ਉੱਤੋਂ ਇਹ ਕਹਿ ਰਹੇ ਆ ਵੀ ਕਰੋਨਾ ਚੱਲ ਰਿਹਾ, ਫਿਰ ਕਰੋਨਾ ਚੱਲ ਰਿਹਾ ਤੇ ਫਿਰ ਜਦੋਂ ਹੁਣ ਪੇਪਰ ਲੈ ਰਹੇ ਆ ਉਦੋਂ ਇਹਨਾਂ ਨੂੰ ਕਰੋਨਾ ਨਹੀਂ ਨਜ਼ਰ ਆ ਰਿਹਾ। ਇੱਕ ਮੁੰਡਾ ਇੱਕ ਬੱਸ ਦੇ ਉੱਤੇ ਇੰਨੀ ਭੀੜ ਹੈ, ਇੱਕ ਬੱਸ ਦੇ ਵਿੱਚ ਬੰਦਾ 300 ਬੰਦਾ ਸਫ਼ਰ ਕਰ ਰਿਹਾ, ਜਿਹੜੀ ਬਕਾਇਦਾ ਬੱਸ ਦੇ ਵਿੱਚ ਬੰਦੇ 60 ਸਫ਼ਰ ਕਰ ਸਕਦੇ ਆ। ਹੁਣ ਇਹਨਾਂ ਨੂੰ ਕਰੋਨਾ ਨਹੀਂ ਨਜ਼ਰ ਆ ਰਿਹਾ ਤੇ ਉਹਨਾਂ ਵਾਸਤੇ ਕਰੋਨਾ ਮੈਮ। ਸੋ ਕੀ ਮੰਗਾਂ ਹੈ ਤੁਹਾਡੀਆਂ, ਕੀ ਕਹਿਣਾ ਚਾਹੁੰਦੇ ਹੋ ਨਵੇਂ ਬਣੇ ਸੀਐਮ ਸਾਹਿਬ ਨੂੰ? ਮੈਮ ਅਸੀਂ ਸੀਐਮ ਅੱਗੇ ਇਹੀ ਰਿਕੁਐਸਟ ਆ ਵੀ ਸਾਨੂੰ ਸਾਰੇ 2016 ਦੀ ਭਰਤੀ ਨੂੰ ਕਲੀਅਰ ਕੀਤਾ ਜਾਵੇ। ਬਸ ਸਾਡੀ ਇਹ ਜੀ ਰਿਕੁਐਸਟ ਆ, ਅਸੀਂ ਉਹਨਾਂ ਚਿਰ ਜਾਣਾ ਵੀ ਨਹੀਂ ਮੈਮ। ਅਸੀਂ ਘਰੋਂ ਇਹੀ ਲੈ ਕੇ ਮੁੱਦਾ ਉੱਠੇ ਆ ਵੀ ਅਸੀਂ 2016 ਦੀ ਭਰਤੀ ਕਲੀਅਰ ਕਰਾ ਕੇ ਜਾਣਾ। ਅਸੀਂ ਸੀਐਮ ਅੱਗੇ ਜੀ ਰਿਕੁਐਸਟ ਲੈ ਕੇ ਆਏ ਆ, ਨਵਾਂ ਸੀਐਮ ਬਣਿਆ ਤੇ ਸਾਡੀ ਇਹੀ ਰਿਕੁਐਸਟ ਆ ਵੀ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ, 2016 ਦੀ ਭਰਤੀ ਕਲੀਅਰ ਕੀਤੀ ਜਾਵੇ। ਅਸੀਂ ਹੋਰ ਕੁਝ ਨਹੀਂ ਮੰਗਦੇ, ਅਸੀਂ ਹੱਕ ਲਈ ਆਦੇ ਮੰਗ ਰਹੇ ਆ, ਅਸੀਂ ਸਿਰਫ ਆਦੇ ਹੱਕ ਮੰਗ ਰਹੇ ਆ, ਬਸ ਅਸੀਂ ਹੋਰ ਕੁਝ ਨਹੀਂ ਮੰਗਦੇ। ਨਵੇਂ ਸੀਐਮ ਤੋਂ ਜੀ ਮੰਗ ਆ ਸਾਡੀ। ਸੋ ਕੀ ਲੱਗਦਾ ਹੈ ਸੀਐਮ ਸਾਹਿਬ ਤੁਹਾਡੇ ਨਾਲ ਆ ਕੇ ਮੀਟਿੰਗ ਕਰਨਗੇ, ਕਿਉਂਕਿ ਹਲੇ ਉਹ ਮੋਰਿੰਡਾ ਸ਼ਹਿਰ ਦੇ ਵਿੱਚ ਹੀ ਨਿਵਾਸ ਕਰ ਰਹੇ ਨੇ? ਹਾਂਜੀ, ਅਸੀਂ ਉਹਨਾਂ ਦੇ ਬੇਟੇ ਨੂੰ ਕੱਲ ਪਰਸੋਂ ਮਿਲਣ ਗਏ ਸੀ ਤੇ ਉਹਨਾਂ ਨੇ ਸਾਨੂੰ 1 ਦਿਨ ਦਾ ਟਾਈਮ ਦਿੱਤਾ। ਉਸ ਤੋਂ ਬਾਅਦ ਜਦੋਂ ਅਸੀਂ ਜਿਹੜਾ ਟਾਈਮ ਹੋਇਆ ਸੀ ਮੀਟਿੰਗ ਦਾ, ਅਸੀਂ ਗਏ ਤਾਂ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ, ਤਾਂ ਸਾਨੂੰ ਕੋਈ ਆਸ ਹੈ ਨਹੀਂ। ਅਸੀਂ ਅਕਦੇ ਮਾਰੇ ਫਿਰ ਇੱਥੇ ਆ ਸਟੈਪ ਚੁੱਕਿਆ ਹੈਗਾ। ਤੁਸੀਂ ਇੱਕ ਵਾਰ ਕੈਮਰੇ ਮੂਹਰੇ ਖੜ ਕੇ ਕੈਮਰੇ ਸਾਹਮਣੇ ਸੀਐਮ ਸਾਹਿਬ ਨੂੰ ਰਿਕੁਐਸਟ ਕਰ ਦਿਓ ਕਿ ਉਹ ਤੁਹਾਡੇ ਨਾਲ ਇੱਕ ਵਾਰ ਮੀਟਿੰਗ ਕਰਨ। ਹਾਂ ਸਰ, ਮੇਰੀ ਜੋ ਰਿਕੁਐਸਟ ਹੈ ਸਾਰੇ ਕੈਂਡੀਡੇਟ ਵੱਲੋਂ, ਸਾਡੀ ਇਹ ਰਿਕੁਐਸਟ ਹੈ ਜਿਹੜੀ 2016 ਦੀ ਤੁਸੀਂ ਭਰਤੀ ਕੀਤੀ ਸੀ ਕਿਹੜੀ ਵੀ ਸਰਕਾਰ ਨੇ, ਸਰ ਹੁਣ ਤੁਸੀਂ ਮੌਜੂਦ ਜੋ ਸਰਕਾਰ 'ਚ ਹੈਗੇ ਹੋ ਤੁਸੀਂ, ਤਾਂ ਸਰ ਸਾਡੀ ਜਿਹੜੀ ਵੈਰੀਫਿਕੇਸ਼ਨ ਆ 2016 ਦੀ ਔਰ 2017 ਦੀ ਵੈਰੀਫਿਕੇਸ਼ਨ, ਵੇਟਿੰਗ ਲਿਸਟ ਤੇ ਵੈਰੀਫਿਕੇਸ਼ਨ, ਉਹ ਸਾਡੀ ਕਲੀਅਰ ਕਰ ਦਿਓ, ਅਸੀਂ ਆਪ ਦਾ ਘਰੋਂ ਘਰੀ ਚਲੇ ਜਾਵਾਂਗੇ ਜੀ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਨਵੀਆਂ ਤੇ ਤਾਜ਼ਾ ਖਬਰਾਂ ਸੁਣਨ ਦੇ ਲਈ।